ਖੰਭ ਹੁੰਦਿਆਂ ਬਹਿਣਾ ਸਿਰ ਸੁੱਟ ਕੇ, ਖੁੱਲ੍ਹੇ ਆਕਾਸ਼ ਦੀ ਹੇਠੀ ਹੈ। ਸੰਗ ਲਈਏ ਵਿਛੜੀਆਂ ਕੂੰਜਾਂ ਨੂੰ ਤੇ ਉੱਡਦੀ ਹੋਈ ਡਾਰ ਦੀ ਗੱਲ ਕਰੀਏ। ਪਿਆਰੇ ਵਿਦਿਆਰਥੀਓ, ਸੈਸ਼ਨ 2020-21 ਦੀ 11ਵੀਂ ਜਮਾਤ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ। ਆਸ ਕਰਦਾ ਹਾਂ ਕਿ ਤੁਸੀਂ ਤੇ ਤੁਹਾਡੇ ਪਰਿਵਾਰ ਕਰੋਨਾ ਮਹਾਮਾਰੀ ਤੋਂ ਸੁਰੱਖਿਅਤ ਹੋਵੋਗੇ। ਅੱਜ ਆਪਾਂ 11ਵੀਂ ਦੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਬਾਰੇ ਗੱਲ ਕਰਾਂਗੇ। ਮੇਰਾ ਮੰਨਣਾ ਹੈ ਕਿ ਕਿਸੇ ਵੀ ਪੁਸਤਕ ਨੂੰ ਸਿੱਧਾ ਹੀ ਪੜ੍ਹਨਾ ਸ਼ੁਰੂ ਕਰਨ ਤੋਂ ਪਹਿਲਾਂ ਉਸ ਬਾਰੇ ਮੁੱਢਲੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਅਜਿਹਾ ਕਰਨ ਨਾਲ ਅਸੀਂ ਉਸ ਪੁਸਤਕ ਨੂੰ ਵਧੇਰੇ ਸਾਰਥਕ ਰੂਪ ਵਿੱਚ ਸਮਝ ਸਕਣ ਦੇ ਸਮਰੱਥ ਹੁੰਦੇ ਹਾਂ ਅਤੇ ਨਾਲ ਦੀ ਨਾਲ ਕੁਝ ਹੋਰ ਵੱਖਰਾ ਪੜ੍ਹਨ ਦੀ ਉਤਸੁਕਤਾ ਤੇ ਤਾਂਘ ਵੀ ਸਾਡੇ ਮਨ ਵਿੱਚ ਪੈਦਾ ਹੁੰਦੀ ਹੈ। ਇਹ ਗੱਲ ਪਾਠ ਪੁਸਤਕ ਪੜ੍ਹਦਿਆਂ ਵੀ ਇੰਨ ਬਿੰਨ ਲਾਗੂ ਹੁੰਦੀ ਹੈ। ਇਹੀ ਕਾਰਨ ਹੈ ਕਿ ਅਸੀਂ ਸਿੱਧਾ ਹੀ ਲੋਕ ਸਾਹਿਤ ਪੜ੍ਹਨਾ ਸ਼ੁਰੂ ਨਹੀਂ ਕਰ ਰਹੇ, ਸਗੋਂ ਇਸ ਪਹਿਲੇ ਲੈਕਚਰ ਵਿੱਚ ਆਪਣੀ ਪਾਠ ਪੁਸਤਕ ਬਾਰੇ ਜਾਣਕਾਰੀ ਹਾਸਲ ਕਰਾਂਗੇ ਕਿ ਇਸ ਵਿੱਚ ਕੀ ਹੈ ਅਤੇ ਕਿਉਂ ਹੈ। ਪਿਆਰੇ ਵਿਦਿਆਰਥੀਓ, ਇਸ ਪਾਠ ਪੁਸਤਕ ਦੇ ਪਹਿਲੇ ਭਾਗ ਵਿੱਚ ਲੋਕ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਦਿੱਤੀਆਂ ਗਈਆਂ ਹਨ ਅਤੇ ਦੂਜੇ ਭਾਗ ਵਿੱਚ ਸਾਡੀ ਵਿਹਾਰਕ ਜ਼ਿੰਦਗੀ ਨਾਲ ਸੰਬੰਧਿਤ ਪਾਠ ਸਮੱਗਰੀ ਦਿੱਤੀ ਹੋਈ ਹੈ। ਵਿਸ਼ਿਸ਼ਟ ਸਾਹਿਤ ਪੰਜਾਬੀ 94ਵਾਂ ਵਿਸ਼ਾ ਅਧੀਨ ਰੱਖਿਆ ਗਿਆ ਹੈ। ਤੁਹਾਡੇ ਮਨਾਂ ਵਿੱਚ ਲੋਕ ਸਾਹਿਤ ਅਤੇ ਵਿਸ਼ਿਸ਼ਟ ਸਾਹਿਤ ਬਾਰੇ ਸਵਾਲ ਪੈਦਾ ਹੋ ਸਕਦਾ ਹੈ। ਸੰਖੇਪ ਵਿੱਚ ਦੱਸ ਦੇਵਾਂ ਕਿ ਲੋਕ ਸਾਹਿਤ ਦਾ ਰਚਨਹਾਰ ਗੁੰਮਨਾਮ ਹੁੰਦਾ ਹੈ ਅਤੇ ਮੁੱਢਲੇ ਤੌਰ ਤੇ ਸਾਡਾ ਇਹ ਵਿਰਸਾ ਮੌਖਿਕ ਜਾਂ ਜ਼ੁਬਾਨੀ ਤੌਰ ਤੇ ਹੀ ਸਾਡੇ ਤੱਕ ਪਹੁੰਚਿਆ ਹੈ, ਜਦੋਂ ਕਿ ਵਿਸ਼ਿਸ਼ਟ ਸਾਹਿਤ ਦੇ ਰਚਨਹਾਰ ਦੀ ਬਕਾਇਦਾ ਪਛਾਣ ਹੁੰਦੀ ਹੈ ਅਤੇ ਇਹ ਸਾਹਿਤ ਮੁੱਢਲੇ ਤੌਰ ਤੇ ਹੀ ਲਿਖਤੀ ਹੁੰਦਾ ਹੈ। ਇਸ ਬਾਰੇ ਵੇਰਵੇ ਨਾਲ ਜਾਣਕਾਰੀ ਆਪਾਂ ਅਗਲੇ ਲੈਕਚਰ ਵਿੱਚ ਸਾਂਝੀ ਕਰਾਂਗੇ। ਪਿਆਰੇ ਵਿਦਿਆਰਥੀਓ, ਲੋਕ ਸਾਹਿਤ ਅਧੀਨ ਇਸ ਪਾਠ ਪੁਸਤਕ ਵਿੱਚ ਲੋਕ ਗੀਤ, ਬੁਝਾਰਤਾਂ ਅਤੇ ਲੋਕ ਕਥਾਵਾਂ ਦਿੱਤੀਆਂ ਹੋਈਆਂ ਹਨ। ਲੋਕ ਗੀਤਾਂ ਦੇ 7 ਰੂਪ ਸੁਹਾਗ, ਘੋੜੀਆਂ, ਸਿੱਠਣੀਆਂ, ਟੱਪੇ, ਮਾਹੀਆ, ਬੋਲੀਆਂ ਤੇ ਢੋਲਾ ਇਸ ਪੁਸਤਕ ਦਾ ਸ਼ਿੰਗਾਰ ਹਨ। ਇਹ ਲੋਕ ਗੀਤ ਪੜ੍ਹਦਿਆਂ ਤੁਸੀਂ ਆਪਣੇ ਲੋਕ ਸਾਹਿਤ ਦੇ ਵਿਰਸੇ ਦੀ ਅਮੀਰੀ ਤੋਂ ਜਾਣੂ ਹੋਵੋਗੇ ਅਤੇ ਤੁਹਾਨੂੰ ਇਸ ਅਮੁੱਕ ਭੰਡਾਰ ਦੇ ਹੋਰ ਲੋਕ ਗੀਤ ਪੜ੍ਹਨ ਦੀ ਜਾਗ ਲੱਗੇਗੀ। ਇਸ ਸੰਬੰਧੀ ਮੈਂ ਤੁਹਾਨੂੰ ਡਾਕਟਰ ਨਾਹਰ ਸਿੰਘ ਦੀਆਂ 2 ਪੁਸਤਕਾਂ ਕਾਲਿਆ ਹਰਨਾ, ਰੋਈਏ ਫਿਰਨਾ ਤੇ ਚੰਨਾ ਵੇ ਤੇਰੀ ਚਾਨਣੀ ਪੜ੍ਹਨ ਦਾ ਸੁਝਾਅ ਦੇਵਾਂਗਾ। ਬੁਝਾਰਤਾਂ ਨਾਲ ਤੁਹਾਡੀ ਦਿਮਾਗੀ ਕਸਰਤ ਹੁੰਦੀ ਹੈ। ਇਸ ਸੰਬੰਧੀ ਤੁਸੀਂ ਸੁਖਦੇਵ ਮਾਦਪੁਰੀ ਦੀ ਪੁਸਤਕ ਪੰਜਾਬੀ ਬੁਝਾਰਤਾਂ ਜ਼ਰੂਰ ਪੜ੍ਹੋ। ਇਹ ਪੁਸਤਕਾਂ ਤੁਹਾਨੂੰ ਆਪਣੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚੋਂ ਉਪਲਬਧ ਹੋ ਸਕਦੀਆਂ ਹਨ। ਲੋਕ ਸਾਹਿਤ ਦਾ ਦੂਜਾ ਭਾਗ ਲੋਕ ਕਥਾਵਾਂ ਦਾ ਹੈ। 5 ਪ੍ਰਕਾਰ ਦੀਆਂ ਲੋਕ ਕਥਾਵਾਂ ਇਸ ਪੁਸਤਕ ਵਿੱਚ ਦਰਜ ਹਨ। ਮਿੱਥ ਕਥਾਵਾਂ, ਪਰੀ ਕਥਾਵਾਂ, ਨੀਤੀ ਕਥਾਵਾਂ, ਦੰਤ ਕਥਾਵਾਂ ਅਤੇ ਪ੍ਰੀਤ ਕਥਾਵਾਂ। ਇਹਨਾਂ ਲੋਕ ਕਥਾਵਾਂ ਦੇ ਕਈ ਅੰਸ਼ ਤੁਹਾਨੂੰ ਓਪਰੇ ਤੇ ਅਤਕਥਨੀ ਲੱਗ ਸਕਦੇ ਹਨ, ਪਰ ਇਹ ਲੋਕ ਕਥਾਵਾਂ ਪ੍ਰਾਚੀਨ ਜ਼ਮਾਨੇ ਤੋਂ ਹੀ ਸਾਡੇ ਲੋਕਾਂ ਦਾ ਸੱਚ ਰਹੀਆਂ ਹਨ। ਇਹਨਾਂ ਵਿਚਲਾ ਹਰ ਵੇਰਵਾ ਖਾਸ ਅਰਥਾਂ ਦਾ ਧਾਰਨੀ ਹੈ। ਇਸ ਲਈ ਚੰਗਾ ਇਹੀ ਹੋਵੇਗਾ ਜੇ ਅਸੀਂ ਇਹਨਾਂ ਕਥਾਵਾਂ ਨੂੰ ਲੋਕ ਸਾਹਿਤ ਦੇ ਵਿਰਸੇ ਵਜੋਂ ਬੀਤੇ ਸਮੇਂ ਦੇ ਪ੍ਰਸੰਗ ਵਿੱਚ ਰੱਖ ਕੇ ਪੜ੍ਹੀਏ ਅਤੇ ਵਿਚਾਰੀਏ। ਇਸ ਸੰਬੰਧੀ ਮੈਂ ਤੁਹਾਨੂੰ ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਜੀ ਦੀਆਂ ਪੁਸਤਕਾਂ ਪੜ੍ਹਨ ਦਾ ਸੁਝਾਅ ਦੇਵਾਂਗਾ। ਪਿਆਰੇ ਵਿਦਿਆਰਥੀਓ, ਜੇ ਤੁਸੀਂ ਲੋਕ ਸਾਹਿਤ ਨੂੰ ਪੜ੍ਹਦਿਆਂ ਇਸ ਦੇ ਸੁਹਜ ਨੂੰ, ਸੁੰਦਰਤਾ ਨੂੰ ਮਾਣਦੇ ਹੋ ਤਾਂ ਇਹ ਬੜੀ ਚੰਗੀ ਗੱਲ ਹੈ। ਮੁੱਢਲੀ ਜਾਣਕਾਰੀ ਦੇਣ ਦਾ ਅਰਥ
ਇਸ ਦੀ ਵਡਿਆਈ ਦੇ ਕਾਰਜ ਨੂੰ ਸੌਖਾ ਕਰਨਾ ਹੀ ਹੈ। ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਲੋਕ ਸਾਹਿਤ ਦੀ ਸਿਰਜਣਾ ਸਹਿਜੇ ਸਹਿਜੇ ਅਨੇਕਾਂ ਪੀੜ੍ਹੀਆਂ ਨੇ ਕੀਤੀ ਹੈ ਅਤੇ ਸਾਡੇ ਤੱਕ ਇਹ ਖਜ਼ਾਨਾ ਪੀੜ੍ਹੀ ਦਰ ਪੀੜ੍ਹੀ ਜ਼ੁਬਾਨੀ ਰੂਪ ਵਿੱਚ ਹੀ ਪੁੱਜਾ ਹੈ। ਜਿਹੜੀਆਂ ਪੁਸਤਕਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਉਹ ਸਾਡੇ ਇਸ ਜ਼ੁਬਾਨੀ ਖਜ਼ਾਨੇ ਨੂੰ ਲਿਖਤੀ ਰੂਪ ਵਿੱਚ ਸਾਂਭਣ ਦੇ ਕੀਤੇ ਸੁਚੇਤ ਯਤਨ ਹਨ। ਜੇ ਅਜਿਹਾ ਨਾ ਕੀਤਾ ਜਾਂਦਾ ਤਾਂ ਅਸੀਂ ਤੇ ਸਾਡੀਆਂ ਅਗਲੀਆਂ ਨਸਲਾਂ ਨੇ ਇਸ ਅਣਮੁੱਲੇ ਖਜ਼ਾਨੇ ਤੋਂ ਵਿਰਵੇ ਰਹਿ ਜਾਣਾ ਸੀ। ਹੁਣ ਅਸੀਂ ਪੁਸਤਕ ਦੇ ਦੂਜੇ ਭਾਗ ਦੀ ਗੱਲ ਕਰਦੇ ਹਾਂ। ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਤਹਿਤ ਦਫ਼ਤਰੀ ਸ਼ਬਦਾਵਲੀ ਅਤੇ ਬੈਂਕ, ਰੇਲਵੇ, ਡਾਕ, ਬੀਮਾ ਤੇ ਕੰਪਿਊਟਰ ਸੇਵਾਵਾਂ ਨਾਲ ਸੰਬੰਧਿਤ ਵਾਕ ਦਿੱਤੇ ਗਏ ਹਨ। ਇਹਨਾਂ ਅੰਗਰੇਜ਼ੀ ਸ਼ਬਦਾਂ ਅਤੇ ਵਾਕਾਂ ਦਾ ਸਾਡੀ ਵਿਹਾਰਕ ਜ਼ਿੰਦਗੀ ਨਾਲ ਸਿੱਧਾ ਸੰਬੰਧ ਹੈ। ਇਹਨਾਂ ਦੇ ਗਿਆਨ ਨਾਲ ਜਿੱਥੇ ਸਾਡੇ ਵਿੱਚ ਆਤਮ ਨਿਰਭਰਤਾ ਆਵੇਗੀ ਉੱਥੇ ਸਾਡਾ ਸਵੈ ਵਿਸ਼ਵਾਸ ਵੀ ਵਧੇਗਾ। ਅਖਬਾਰ ਦੇ ਸੰਪਾਦਕ ਨੂੰ ਕਿਸੇ ਮਸਲੇ ਜਾਂ ਘਟਨਾ ਸੰਬੰਧੀ ਪੱਤਰ ਅਤੇ ਪੈਰਾ ਰਚਨਾਵਾਂ ਤੁਹਾਡੀ ਲੇਖ ਰਚਨਾ ਦੀ ਕੁਦਰਤੀ ਸ਼ਕਤੀ ਨੂੰ ਵਿਕਸਿਤ ਕਰਨ ਲਈ ਪਾਠਕ੍ਰਮ ਦਾ ਹਿੱਸਾ ਹਨ। ਆਪਣੇ ਅਨੁਭਵ, ਸੋਚ ਤੇ ਕਲਪਨਾ ਨਾਲ ਆਪਣੀ ਲਿਖਤ ਵਿੱਚ ਵਖਰੇਵਾਂ ਲਿਆ ਕੇ ਤੁਸੀਂ ਆਪਣੀ ਵੱਖਰੀ ਪਛਾਣ ਬਣਾ ਸਕਦੇ ਹੋ। ਬੁਨਿਆਦੀ ਅਸੂਲ ਇਹੀ ਹੈ ਕਿ ਆਪਣੀ ਗੱਲ ਸੰਜਮ, ਦਲੀਲ, ਸਲੀਕੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਹੋ। ਕੁਝ ਇਸ਼ਤਿਹਾਰ ਇਸ ਪਾਠ ਪੁਸਤਕ ਦਾ ਹਿੱਸਾ ਹਨ। ਅਜਿਹੇ ਇਸ਼ਤਿਹਾਰ ਤੁਸੀਂ ਅਖਬਾਰਾਂ, ਰਸਾਲਿਆਂ ਵਿੱਚ ਨਿੱਤ ਪੜ੍ਹਦੇ ਹੋ। ਅਜੋਕੀ ਜ਼ਿੰਦਗੀ ਵਿੱਚ ਇਹਨਾਂ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਤੁਹਾਨੂੰ ਇਹਨਾਂ ਦੀ ਬਣਤਰ ਅਤੇ ਲੇਖਣੀ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਨਿੱਜੀ, ਸਰਕਾਰੀ ਤੇ ਸਮਾਜਿਕ ਸੱਦਾ ਪੱਤਰਾਂ ਨੂੰ ਪਾਠ ਪੁਸਤਕ ਵਿੱਚ ਸ਼ਾਮਲ ਕਰਕੇ ਤੁਹਾਨੂੰ ਪ੍ਰੇਰਿਤ ਕੀਤਾ ਗਿਆ ਹੈ ਕਿ ਤੁਸੀਂ ਅਜਿਹੇ ਹੋਰ ਸੱਦਾ ਪੱਤਰ ਲਿਖਣ ਦਾ ਅਭਿਆਸ ਕਰੋ। ਪਾਠ ਪੁਸਤਕ ਵਿੱਚ ਦਿੱਤੇ ਮੁਹਾਵਰੇ ਜਿੱਥੇ ਤੁਹਾਡੇ ਗਿਆਨ ਭੰਡਾਰ ਵਿੱਚ ਵਾਧਾ ਕਰਨਗੇ ਉੱਥੇ ਤੁਹਾਨੂੰ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੀ ਜਾਚ ਵੀ ਸਿਖਾਉਣਗੇ। ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤਣ ਵੇਲੇ ਤੁਹਾਨੂੰ ਪਾਠ ਪੁਸਤਕ ਤੋਂ ਹਟਵੇਂ ਵਾਕ ਬਣਾਉਣ ਵੱਲ ਯਤਨਸ਼ੀਲ ਹੋਣਾ ਚਾਹੀਦਾ ਹੈ। ਪਿਆਰੇ ਵਿਦਿਆਰਥੀਓ, ਆਪਾਂ ਪਾਠ ਪੁਸਤਕ ਵਿੱਚ ਸ਼ਾਮਲ ਪਾਠਕ੍ਰਮ ਬਾਰੇ ਗੱਲ ਕਰ ਚੁੱਕੇ ਹਾਂ। ਭਾਵੇਂ ਪਾਠ ਪੁਸਤਕ ਪੜ੍ਹਦਿਆਂ ਤੁਹਾਡੇ ਸਾਹਮਣੇ ਪ੍ਰੀਖਿਆ ਪਾਸ ਕਰਨਾ ਮੁੱਖ ਮਨੋਰਥ ਹੁੰਦਾ ਹੈ, ਪਰ ਇਹ ਪਾਠ ਪੁਸਤਕ ਪੜ੍ਹਦਿਆਂ ਤੁਸੀਂ ਇਸ ਮਨੋਰਥ ਦੇ ਨਾਲ ਪੰਜਾਬੀ ਦੇ ਉਚੇਰੇ ਪੱਧਰ ਨੂੰ ਗ੍ਰਹਿਣ ਕਰਨ ਲਈ ਜ਼ਰੂਰ ਉਤਸ਼ਾਹਿਤ ਹੋਵੋਗੇ। ਇਹ ਮੇਰਾ ਵਿਸ਼ਵਾਸ ਵੀ ਹੈ ਅਤੇ ਆਸ ਵੀ। ਬਹੁਤ ਬਹੁਤ ਧੰਨਵਾਦ। ਘਰ ਰਹੋ, ਸੁਰੱਖਿਅਤ ਰਹੋ।